ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਆਵਾਜ਼ ਸੈੱਟ ਕਰੋ, ਠੀਕ ਨਹੀਂ ਆਵਾਜ਼। ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਜਪ ਮਨ ਸਤਿਨਾਮ ਸਦਾ ਸਤਿਨਾਮ ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ। ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਜਪ ਹਰ ਭਵ ਜਲ ਤਰਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਜਪ ਹਰ ਭਵ ਜਲ ਤਰਨਾ। ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ ਵੀਸ। ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਪਹਿਲਾਂ ਠੀਕ ਸੀ। ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਏਕ ਰਾਹੇ ਪਤ ਪਵੜੀਆਂ ਚੜੀਐ ਹੋਏ ਇਕੀਸ। ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ।
नानक नदरी पाईऐ कूड़ी कूड़े ठीस विसर नाही दातार अपना नाम देहो गुण गावां दिन रात नानक चाओ हो तू मेरो मेर पर्वत स्वामी ओट गही मैं तेरी ना तुम डोलो ना हम गिरते रख लीनी हर मेरी फिरत फिरत प्रभ आया परया तो शरनाए नानक की प्रभ बेनती अपनी भक्ति लाए सो कहो टल गुर सेवी अहनिस सहज सुभाए दर्शन परस्या गुरु कै जन्म मरण दुख होए सिफत खसम दी नूर अरसों कुरसों छटिया खुद डिठे सचे पातशाह मल जन्म जन्म दी सज्जन सचा पातशाह सिर शाहां दे जिस पास बैठिया सोहिया सबना दा जिस पास बैठिया सोहिया सबना दा सतनाम वाहिगुरु साहिब जियो कबीर टाले टोले दिन गया ब्याज बढ़न तो जाए ना हर भजो ना खत फटियो काल पहुँचो आए कबीर टाले टोले दिन गया ब्याज बढ़न तो जाए ना हर भजो ना खत फटियो काल पहुँचो आए महला पंजवा कबीर कूकर भौंकना करंग पिछे उठताए करमी सतगुर पाया जिन हों लिया चढ़ाए कबीर धरती साध की तस कर बैसह गाहे धरती भार ना व्यापाई उनको लाहू लाहे कबीर चावल कारने दुख को मोहली लाए संग कुसंगी बैसते तब पूछे धर्म राय कबीर चावल कारने दुख को मोहली लाए संग कुसंगी बैठते तब पूछे धर्म राय
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੇ ਸਰੂਪ, ਸਰਬ ਕਲਾ ਸਮਰੱਥ, ਗੱਦੀ ਤੇ ਸੁਭਾਏਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਨੇ ਬੜੀ ਮਹਾਨ ਬਖਸ਼ਿਸ਼ ਕਰਕੇ ਅੱਜ ਦਾ ਅੰਮ੍ਰਿਤ ਵੇਲੇ ਦਾ ਸਮਾਂ ਦੀਵਾਨ ਬਖਸ਼ਿਸ਼ ਕੀਤਾ ਹੈ ਔਰ ਇਹ ਸਤਿਗੁਰੂ ਜੀ ਕਿਰਪਾ ਕਰਨ ਕਿ ਇਸ ਸਮੇਂ ਵਿੱਚ ਹਜ਼ੂਰ ਦੀਆਂ ਬਖਸ਼ਿਸ਼ਾਂ ਸਾਨੂੰ ਮਿਲਣ। ਮਨ ਕਰਕੇ ਅਰਦਾਸ ਕਰੀਏ, ਗੁਰੂ ਸ਼ਬਦ ਨਾਲ ਸਾਂਝ ਪਾਈਏ, ਧਿਆਨ ਜੋੜੀ। ਗੁਰਸਿੱਖੀ ਦੀ ਜਿਹੜੀ ਸਾਧਨਾ ਹੈ ਉਹ ਵਡਿਆਈ ਤੇ ਵਿਚਾਰ ਦੁਆਰਾ ਵਾਹਿਗੁਰੂ ਨਾਲ ਜੁੜਿਆ ਜਾਂਦਾ ਹੈ। ਉਸਤਤ ਕਰਨੀ ਤੇ ਵਿਚਾਰ ਕਰਨੀ, ਕਿਉਂਕਿ ਸਾਡੇ ਵਿੱਚ ਦੋ ਸ਼ਕਤੀਆਂ ਹਮੇਸ਼ਾ ਕੰਮ ਕਰਦੀਆਂ ਰਹਿੰਦੀਆਂ ਸਰੀਰ ਵਿੱਚ। ਇੱਕ ਮਨ ਹੈ, ਦੂਸਰਾ ਸਾਡਾ ਹਿਰਦਾ ਹੈ। ਮਨ ਨੂੰ ਆਪਾਂ ਦਿਮਾਗ ਕਹਿੰਦੇ ਹਾਂ ਤੇ ਹਿਰਦਾ ਵੱਖਰਾ ਹੈ। ਦਿਮਾਗ ਦੇ ਰਾਹੀਂ, ਦਿਮਾਗ ਦਰਵਾਜ਼ਾ ਹੈ ਜਿਹਦੇ ਰਾਹੀਂ ਸਾਡੇ ਵਿੱਚ ਸ਼ਬਦ ਪ੍ਰਵੇਸ਼ ਕਰਦਾ ਹੈ, ਪਰ ਦਰਵਾਜ਼ੇ ਤੋਂ ਅੱਗੇ ਘਰ ਜਿਹੜਾ ਉਹ ਹਿਰਦਾ ਹੈ। ਦਰਵਾਜ਼ੇ ਵਿੱਚੋਂ ਸਿਰਫ ਲੰਘਣਾ ਹੁੰਦਾ ਸ਼ਬਦ ਨੇ, ਉੱਥੇ ਬਹਿਣਾ ਨਹੀਂ। ਧਿਆਨ ਉੱਥੇ ਨਹੀਂ ਰਹਿਣਾ ਚਾਹੀਦਾ ਦਰਵਾਜ਼ੇ ਵਿੱਚ, ਨਹੀਂ ਤੇ ਵਿਚਾਰ ਆਉਂਦੇ ਰਹਿਣਗੇ। ਕੌਣ ਆਇਆ, ਕੌਣ ਗਿਆ, ਟਾਈਮ ਕੀ ਹੋਇਆ। ਫਿਰ ਕਈ ਵਾਰੀ ਸਵਾਲ ਖੜਾ ਹੁੰਦਾ, ਫਿਰ ਕਥਾ ਕਿਵੇਂ ਸੁਣੀਏ ਜੇ ਵਿਚਾਰਾਂ ਵਿੱਚ ਹੀ ਅਸੀਂ ਨਹੀਂ ਪੈਣਾ। ਉਹ ਸੰਗਤ ਕਰਨ ਦੇ ਨਾਲ ਆਪਣੇ ਆਪ ਅੰਦਰ ਇੱਕ ਤਰ੍ਹਾਂ ਦੇ ਨਾਲ ਆਟੋ ਸਿਸਟਮ ਲੱਗ ਜਾਂਦਾ ਸਿੱਖ ਦੇ। ਵਿਚਾਰ ਵੀ ਕਰੀ ਜਾਂਦਾ ਤੇ ਭਗਤੀ ਵੀ ਕਰੀ ਜਾਂਦਾ। ਉਹਦੇ ਅੰਦਰ ਇਸ ਤਰ੍ਹਾਂ ਦਾ ਬੈਲੈਂਸ ਬਣ ਜਾਂਦਾ, ਤਵੱਜਨ ਬਣ ਜਾਂਦਾ ਹੈ ਕਿ ਉਹਨੂੰ ਹੋਰ ਵਿਚਾਰ ਨਹੀਂ ਆਉਂਦੇ, ਸਿਰਫ ਗੁਰਮਤਿ ਦੀ ਵਿਚਾਰ ਕਰਕੇ ਫਿਰ ਅੰਦਰ ਚਲਾ ਜਾਂਦਾ। ਵਿਚਾਰ ਉਸ ਨੂੰ ਕਹਿੰਦੇ ਨੇ, ਜਿਵੇਂ ਅਸੀਂ ਸਰੀਰ ਤੋਂ ਮੈਲ ਲਾਉਣੀ ਹੋਵੇ ਤੇ ਉਹਦੇ ਵਿੱਚ ਇਕੱਲਾ ਪਾਣੀ ਕੰਮ ਨਹੀਂ ਕਰਦਾ, ਭਾਵੇਂ ਕਿ ਇਸ਼ਨਾਨ ਪਾਣੀ ਨਾਲ ਹੀ ਹੋਣਾ ਹੁੰਦਾ, ਪਰ ਮੈਲ ਨਹੀਂ ਲੈਂਦੀ ਜਿੰਨਾ ਚਿਰ ਅਸੀਂ ਸਾਬਣ ਨਹੀਂ ਲਾਉਂਦੇ ਤੇ ਮਲਦੇ ਨਹੀਂ। ਮਲਣ ਤੋਂ ਬਿਨਾਂ ਇਸ਼ਨਾਨ ਨਹੀਂ ਚੰਗੀ ਤਰ੍ਹਾਂ ਹੁੰਦਾ, ਸਾਬਣ ਤੋਂ ਬਿਨਾਂ। ਗੁਰੂ ਸਾਹਿਬ ਨੇ ਕਿਹਾ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਇਸ ਮਤ ਨੂੰ ਜਿਹੜੀ ਅਸੀਂ ਕਰਮ ਕਰਦੇ ਰਹਿੰਦੇ ਹਾਂ, ਉਹਦੀ ਮੈਲ ਅੰਦਰ ਲੱਗਦੀ ਰਹਿੰਦੀ। ਸਾਡੇ ਅੰਦਰ ਵੀ ਇੱਕ ਕਾਗਜ਼ ਹੈ ਜਿਹਦੇ ਉੱਤੇ ਸਾਰਾ ਕੁਝ ਇਹ ਮੈਲ ਜਾਂਦੀ ਹੈ, ਉਹ ਮਤ ਦਾ ਕਾਗਜ਼ ਹੈ। ਉਹਦੇ ਉੱਤੇ ਜਿੰਨੇ ਅਸੀਂ ਵਿਚਾਰ ਕਰਦੇ ਹਾਂ, ਕਰਮ ਕਰਦੇ ਹਾਂ, ਭਾਵਨਾਵਾਂ ਬਣਦੀਆਂ ਨੇ ਅੰਦਰ। ਹੋਰ ਸਰੀਰ ਦੇ ਵਿੱਚ 5 ਗਿਆਨ ਇੰਦਰੇ ਹਨ ਤੇ 5 ਕਰਮ ਇੰਦਰੇ। ਇਹ 3 ਗੁਣ ਨੇ, ਰਜੋ ਤਮੋ ਤੇ ਸਤੋ ਗੁਣ। ਇਹਨਾਂ ਸਾਰਿਆਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਅੰਦਰ ਹਿਲਜੁਲ ਬਣੀ ਰਹਿੰਦੀ, ਟਿਕਾ ਨਹੀਂ ਆਉਂਦਾ, ਤਾਂ ਉਹਨਾਂ ਦੀ ਮੈਲ ਅੰਦਰ ਪੈ ਜਾਂਦੀ। ਫਿਰ ਉਸ ਮੈਲ ਨੂੰ 2 ਚੀਜ਼ਾਂ ਨਾਲ ਧੋਤਾ ਜਾਂਦਾ, ਸਾਬਣ ਨਾਲ ਔਰ ਪਾਣੀ ਨਾਲ। ਅੰਤਰਗਤ ਤੀਰਥ ਮਲ ਨਾਓ। ਜਿਹੜੀ ਚੀਜ਼ ਨੂੰ ਧੋਣਾ ਨਾ, ਪਹਿਲਾਂ ਉਹਨੂੰ ਵਾਸ਼ਿੰਗ ਮਸ਼ੀਨ ਦੇ ਵਿੱਚ ਪਾਉਣਾ ਪਊ। ਜੇ ਉਹ ਬਾਹਰ ਰਹੇਗੀ ਤੇ ਮਸ਼ੀਨ ਕੱਲੀ ਚੱਲਦੀ ਰਹੇਗੀ। ਮਨ ਵਿੱਚੋਂ ਨਿਕਲਣਾ ਨਹੀਂ ਚਾਹੀਦਾ, ਸਿੱਖ ਦਾ ਖਿਆਲ ਨਹੀਂ ਨਿਕਲਣੇ ਚਾਹੀਦੇ। ਉਹ ਖਿਆਲਾਂ ਦੇ ਰਾਹੀਂ ਕੱਪੜਾ ਤੇ ਬਾਹਰ ਚਲਾ ਜਾਂਦਾ, ਅੰਦਰ ਮਸ਼ੀਨ ਕੱਲੀ ਚੱਲਦੀ ਰਹਿੰਦੀ। ਪਾਠ ਵੀ ਇਸ ਤਰ੍ਹਾਂ ਹੀ ਹੋ ਜਾਂਦਾ ਕਈ ਵਾਰੀ। ਪਾਠ ਦੇ ਨਾਲ ਅਟੈਚਮੈਂਟ ਜਿੰਨਾ ਚਿਰ ਸੁਰਤ ਦੀ ਨਹੀਂ ਹੁੰਦੀ, ਉਹਨਾਂ ਚਿਰ ਸੁਰਤ ਧੁੱਪ ਨਹੀਂ ਸਕਦੀ। ਜੇ ਸੁਰਤ ਵੱਖਰੀ ਰਹੇਗੀ, ਪਾਠ ਵੱਖਰਾ, ਧਿਆਨ ਨਹੀਂ ਲੱਗੇਗਾ।
ਇੱਕੋ ਜਿਹਾ ਨਹੀਂ ਹੋਏਗਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਫਿਰ ਦੋ ਚੀਜ਼ਾਂ ਦਿੱਤੀਆਂ ਨੇ, ਵਡਿਆਈ ਤੇ ਵਿਚਾਰ। ਵਡਿਆਈ ਹਿਰਦੇ ਨਾਲ ਕਰਨੀ ਹੈ, ਵਿਚਾਰ ਜਿਹੜੀ ਉਹ ਦਿਮਾਗ ਦੇ ਨਾਲ ਕੀਤੀ ਜਾਂਦੀ ਹੈ। ਜਦੋਂ ਦੋਵਾਂ ਦਾ ਸੁਮੇਲ ਹੁੰਦਾ ਹੈ ਤੇ ਕਥਾ ਜਿਹੜੀ ਇਹਨੂੰ ਮਲਦੀ ਹੈ, ਮਨ ਨੂੰ ਧੋਂਦੀ ਹੈ। ਵਿਚਾਰ ਜਿਹੜੇ ਵਿਚਾਰਾਂ ਦਿੱਤੀਆਂ ਜਾਂਦੀਆਂ ਨੇ। ਮਨ ਕਿਉਂਕਿ ਬਣਿਆ ਹੀ ਇਸ ਤਰ੍ਹਾਂ ਦਾ ਹੈ, ਮਨ ਦਾ ਸਰੂਪ ਹੀ ਉਹ ਜਵਾਬ ਮੰਗਦਾ ਹੈ, ਉਹ ਸਬੂਤ ਮੰਗਦਾ ਹੈ। ਮਨ ਕਹਿੰਦੇ ਉਸ ਨੂੰ ਹੈ, ਉਹ ਸਬੂਤ ਮੰਗਦਾ ਰਹਿੰਦਾ ਬਈ ਇਹ ਗੱਲ ਕਿਵੇਂ ਹੈ, ਕਿੱਥੋਂ ਕਹੀ ਹੈ, ਕੀ ਹੈ। ਉਹਨੂੰ ਫਿਰ ਸੈਟਿੰਗ ਕਰਨ ਵਾਸਤੇ, ਧਿਆਨ ਇਕਾਗਰ ਕਰਨ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਵਿਚਾਰ ਵੀ ਦਿੱਤੀ ਹੈ। ਇੱਕ ਗੁਰੂ ਸਾਹਿਬ ਨੇ ਕਿਹਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵਡਿਆਈ ਦਾ ਮਤਲਬ ਹੁੰਦਾ ਇਕੱਲੀ ਭਗਤੀ। ਜਿਵੇਂ ਆਪਾਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਹਾਂ, ਉਸਤਤ ਉਹ ਭਗਤੀ ਹੈ। ਜਾਂ ਬਾਣੀ ਪੜ੍ਹ ਰਹੇ ਹਾਂ, ਬਾਣੀ ਸਾਰੀ ਉਸਤਤ ਹੈ ਵਾਹਿਗੁਰੂ ਦੀ, ਉਹ ਵਡਿਆਈ ਹੈ। ਵਡਿਆਈ ਦੇ ਨਾਲ ਨਾਲ ਜਦੋਂ ਵਿਚਾਰ ਇਕੱਠੀ ਹੁੰਦੀ ਹੈ ਤੇ ਮਨ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਮਨ ਇਕਾਗਰ ਸ਼ੁਰੂ ਹੋਵੇਗਾ ਤੇ ਉਹ ਆਪਣੇ ਘਰ ਵਿੱਚ ਆ ਕੇ ਟਿਕੇਗਾ, ਜਿੱਥੇ ਉਹਦੀ ਥਾਂ ਬਣੀ, ਅਸੈਂਬਲ ਉਹਦੀ ਥਾਂ ਜਿੱਥੇ ਹੈ। ਦੁੱਖ ਉਹਨੂੰ ਕਹਿੰਦੇ ਨੇ ਕਿ ਸਾਡੀਆਂ ਸਰੀਰ ਦੀਆਂ ਸਾਰੀਆਂ ਚੀਜ਼ਾਂ ਥਾਂ ਤੇ ਨਹੀਂ ਰਹੀਆਂ, ਆਪਣਾ ਥਾਂ ਬਦਲ ਗਈਆਂ। ਜਿਵੇਂ ਆਪਾਂ ਘਰ ਜਾਂਦੇ ਹਾਂ ਨਾ, ਜੇ ਕਿਸੇ ਘਰ ਦੇ ਵਿੱਚ ਕੋਈ ਚੰਗਾ ਘਰ ਨੂੰ ਸੰਭਾਲਣ ਵਾਲਾ ਨਹੀਂ ਤੇ ਉੱਥੇ ਖਲਾਰਾ ਪਿਆ ਹੁੰਦਾ ਹੈ। ਆਪਾਂ ਕਹਿੰਦੇ ਵੇਖੋ, ਕਿਤੇ ਕੱਪੜੇ ਖਿਲਰੇ ਹੋਏ ਨੇ, ਕਿਤੇ ਭਾਂਡੇ ਖਿਲਰੇ ਪਏ ਨੇ, ਕਿਤੇ ਕੁਝ ਪਿਆ, ਕੋਈ ਇੱਥੇ ਸਿਸਟਮ ਨਹੀਂ ਹੈ। ਉਹ ਸਿਸਟਮ ਨਾ ਹੋਣ ਕਰਕੇ ਆਪਾਂ ਕਹਿੰਦੇ ਆ ਵੀ ਇਹ, ਆਪਾਂ ਕਹਿੰਦੇ ਕੁਚੱਜੀ ਹੈ। ਕੁਚੱਜੀ ਸ਼ਬਦ ਵਰਤਿਆ ਬਾਣੀ ਦੇ ਵਿੱਚ, ਮੈਲ ਸ਼ਬਦ ਵਰਤਿਆ ਇਸਤਰੀ ਵਾਸਤੇ। ਮੈਲ ਦਾ ਮਤਲਬ ਕੀ ਹੈ? ਆਪਾਂ ਕਹਿੰਦੇ ਆ ਗੁਰੂ ਕੇ ਮਹਿਲ, ਪਤਨੀ ਨੂੰ ਮਹਿਲ ਕਿਹਾ ਗਿਆ। ਮਹਿਲ ਦਾ ਮਤਲਬ ਹੁੰਦਾ ਹੈ ਕਿ ਜੇ ਘਰ ਦੇ ਵਿੱਚ ਜਿਹੜੀ ਇਸਤਰੀ ਹੈ, ਪਤਨੀ ਹੈ, ਉਹਨੂੰ ਸੁਚੱਜ ਆਉਂਦਾ ਹੈ ਤੇ ਭਾਵੇਂ ਝੁੱਗੀ ਹੋਵੇ ਤੇ ਉਹਨੂੰ ਵੀ ਮਹਿਲ ਬਣਾ ਦਿੰਦੀ ਹੈ, ਭਾਵੇਂ ਕੱਚਾ ਘਰ ਹੈ, ਕਿਉਂਕਿ ਉਹਨੂੰ ਤਰੀਕਾ ਹੈ ਨਾ, ਜਾਚ ਹੈ। ਜੇ ਉਹ ਸੁਚੱਜੀ ਹੈ ਤੇ ਭਾਵੇਂ ਛੰਨ ਕਾਨਿਆਂ ਦੀ ਪਈ, ਉਹਨੂੰ ਵੀ ਚੰਗੀ ਤਰ੍ਹਾਂ ਤਰੀਕੇ ਨਾਲ ਇੰਜ ਕਰ ਦੇਣਾ ਵੀ ਜਿਹੜਾ ਬਾਹਰੋਂ ਆਏਗਾ ਇੱਕ ਵਾਰੀ ਵੇਖ ਕੇ ਉਹਦਾ ਮਨ ਟਿਕੇਗਾ। ਉੱਥੇ ਸਫਾਈ ਹੈ, ਸ਼ਾਂਤੀ ਹੈ, ਟਿਕਾ ਹੈ। ਤੇ ਜੇ ਉਹਨੂੰ ਜਾਚ ਨਹੀਂ ਸਿਖਾਈ ਗਈ, ਕੁਚੱਜੀ ਹੈ ਕੰਮ ਕਰਨ ਲਈ, ਤਾਂ ਸਾਧ ਸੰਗਤ ਜੀ ਭਾਵੇਂ ਉਹਨੂੰ ਵੱਡੀ ਕੋਠੀ ਪਾ ਦਿਓ 500 ਗਜ ਦੇ ਵਿੱਚ, ਉਹਦੇ ਅੰਦਰ ਜਾਓ ਤੇ ਸਾਰੇ ਘਰ ਦੇ ਵਿੱਚ ਖਲਾਰਾ ਹੀ ਖਲਾਰਾ ਪਿਆ। ਵੇਖਣ ਵਾਲਾ ਕਹਿੰਦਾ ਵੀ ਕੋਠੀ ਤੇ ਬੜੀ ਵੱਡੀ ਹੈ, ਪਰ ਇਹਦਾ ਮਹਿਲ ਕੋਈ ਨਹੀਂ ਬਣਿਆ। ਕਿਉਂਕਿ ਮਹਿਲ ਆਪਾਂ ਕਹਿੰਦੇ ਹਾਂ, ਗੁਰੂ ਸਾਹਿਬ ਦੇ ਮਹਿਲ ਆਪਾਂ ਸ਼ਬਦ ਵਰਤਨੇ ਆ ਪਤਨੀ ਵਾਸਤੇ, ਉਹ ਤਾਂ ਮਹਿਲ ਸ਼ਬਦ ਕਿਹਾ ਹੈ ਵੀ ਉੱਥੋਂ ਪਤਾ ਲੱਗਣਾ। ਇਸੇ ਤਰ੍ਹਾਂ ਸਾਡੇ ਸਰੀਰ ਦੇ ਅੰਦਰ ਵੀ ਇੱਕ ਇਸਤਰੀ ਹੈ, ਉਹਨੂੰ ਗੁਰੂ ਸਾਹਿਬ ਨੇ ਕੱਲ ਆਪਾਂ ਵਿਚਾਰਿਆ ਸੀ, ਕਾਮਣੀ ਕਿਹਾ ਹੈ। ਕਾਮਣੀ, ਉਹਨੂੰ ਬੁੱਧੀ ਵੀ ਕਿਹਾ, ਉਹਨੂੰ ਸੁਰਤ ਵੀ ਕਿਹਾ ਹੈ, ਉਹਨੂੰ ਮਤ ਵੀ ਕਿਹਾ। ਉਹ ਇਸਤਰੀ ਹੈ ਸਾਡੇ ਅੰਦਰ, ਉਹਨੇ ਸਾਰੇ ਸਰੀਰ ਨੂੰ ਸੰਭਾਲਣਾ ਹੈ। ਤੇ ਗੁਰੂ ਸਾਹਿਬ ਕਹਿੰਦੇ ਵੀ ਜੇ ਤੇ ਉਹ ਬੁੱਧੀ ਜਿਹੜੀ ਇਹਨਾਂ ਨੇ ਗੁਰੂ ਤੋਂ ਚੱਜ ਸਿੱਖ ਲਿਆ, ਸੁਚੱਜੀ ਹੈ, ਤੇ ਆ ਸਰੀਰ ਰੂਪੀ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਥਾਂ ਤੇ ਰੱਖ ਦਿਓ। ਕਦੋਂ ਕਿਹੜੀ ਚੀਜ਼ ਦੀ ਵਰਤੋਂ ਕਰਨੀ, ਕਿੰਨਾ ਵੇਖਣਾ, ਕਿੰਨਾ ਨਹੀਂ ਵੇਖਣਾ, ਉਹਨੂੰ ਪਤਾ ਹੈ ਬੁੱਧੀ ਨੂੰ। ਕੀ ਵੇਖਣਾ, ਕੀ ਨਹੀਂ ਵੇਖਣਾ, ਕੀ ਸੁਣਨਾ, ਕੀ ਨਹੀਂ ਸੁਣਨਾ, ਕਿੰਨਾ ਖਾਣਾ ਹੈ, ਕਦੋਂ ਜਾਗਣਾ, ਕਦੋਂ ਸੌਣਾ, ਕੀ ਬੋਲਣਾ ਹੈ, ਉਹ ਅੰਦਰ ਸੁਚੱਜੀ ਬੈਠੀ ਹੈ। ਉਸ ਸੁਚੱਜੀ ਨੇ ਇਸ ਸਰੀਰ ਰੂਪੀ ਘਰ ਨੂੰ ਸਾਰੇ ਨੂੰ ਚੰਗੀ ਤਰ੍ਹਾਂ ਸੰਭਾਲਿਆ ਹੋਇਆ। ਉਹਨੂੰ ਨਾਰੀ ਕਿਹਾ ਬਾਣੀ ਦੇ ਵਿੱਚ। ਆ ਸ਼ਬਦ ਆਉਂਦਾ ਹੈ ਨਾ ਕਿ ਅਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਇਹ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇੱਥੋਂ ਸ਼ੁਰੂ ਹੁੰਦਾ ਹੈ। ਸਾਹਿਬ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਦੁੱਖ ਰੋਗ ਕਾ ਡੇਰਾ ਕਿਵੇਂ ਭੰਨਿਆਗੇ? ਬੰਨਾ ਦਾ ਅਰਥ ਹੈ ਧੀਰਜ, ਬੰਨ ਲਾ ਦੇਣਾ, ਰੋਕ ਦੇਣਾ। ਮਨ ਇਕਾਗਰ ਹੋ ਗਿਆ। ਪਰਮੇਸ਼ਰ ਨੇ, ਗੁਰੂ ਨੇ ਸਿੱਖ ਦੇ ਮਨ ਨੂੰ ਬੰਨ ਲਾ ਦਿੱਤਾ, ਵਿਚਾਰਾਂ ਨੂੰ ਰੋਕ ਗਿਆ ਮਨ। ਦੁੱਖ ਰੋਗ
ਇਹ ਦੁੱਖ ਰੋਗ ਕਿੱਥੋਂ ਪੈਦਾ ਹੋਏ ਨੇ? ਦੁੱਖ ਪਾਪ ਵਿੱਚੋਂ ਪੈਦਾ ਹੁੰਦਾ ਹੈ। ਪਾਪ ਉਹਦਾ ਬੀਜ ਹੈ ਤੇ ਦੁੱਖ ਉਹਦਾ ਰੁੱਖ ਹੈ, ਫਲ ਹੈ। ਰੋਗ ਵੀ ਉਹਦਾ ਹੀ ਫਲ ਹੈ। ਉਹਦੇ ਵਿੱਚੋਂ, ਪਾਪ ਵਿੱਚੋਂ ਦੁੱਖ ਪੈਦਾ ਹੁੰਦਾ ਹੈ। ਪਾਪ ਵੱਡਾ ਸਭ ਤੋਂ ਹੈ ਪਰਮੇਸ਼ਰ ਨੂੰ ਭੁੱਲ ਜਾਣਾ, ਤੇ ਫਿਰ ਅੱਗੋਂ ਉਹਦੇ ਵਿੱਚੋਂ ਹੋਰ ਸਾਰੇ ਰੋਗ ਪੈਂਦੇ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਇਸ ਤਰ੍ਹਾਂ ਭੁੱਲਣਾ ਸਭ ਤੋਂ ਵੱਡਾ ਪਾਪ ਹੈ। ਜੇ ਸਾਡੇ ਅੰਦਰੋਂ ਯਾਦ ਨਿਕਲ ਜਾਂਦੀ ਤੇ ਸਮਝੋ ਭੁੱਲ ਗਏ ਤੇ ਪਾਪ ਸ਼ੁਰੂ ਹੋ ਗਿਆ। ਭਾਵੇਂ ਆਪਾਂ ਧਰਮੀ ਵੀ ਆ ਤਾਂ ਵੀ ਪਾਪ ਕਰ ਰਹੇ ਹਾਂ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਦੇ ਮਨ ਨੂੰ ਪਰਮੇਸ਼ਰ ਜੀ ਨੇ ਧੀਰਜ ਦੇ ਦਿੱਤੀ ਹੈ, ਸਤਿਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ਉਹਦਾ ਦੁੱਖ ਰੋਗ ਦਾ ਜਿਹੜਾ ਅੰਦਰ ਡੇਰਾ ਪਿਆ ਹੋਇਆ ਸੀ ਨਾ, ਦੁੱਖ ਰੋਗ ਡੇਰਾ ਪਾ ਕੇ ਬੈਠਾ ਸੀ। ਡੇਰਾ ਉਹਨੂੰ ਕਹਿੰਦੇ ਜਿਹੜਾ ਆਪਾਂ ਕਹਿੰਦੇ ਆ ਕਈ ਸਾਲਾਂ ਤੋਂ ਇਹ ਬੰਦਾ ਬੈਠਾ ਹੈ ਤੇ ਘਰ ਤੇ ਕਬਜ਼ਾ ਕਰ ਗਿਆ, ਛੱਡਦਾ ਨਹੀਂ, ਹੁਣ ਕਿਰਾਏਦਾਰ ਸੀ। ਇਸ ਤਰ੍ਹਾਂ ਦੁੱਖ ਰੋਗ ਪਾਪ ਤੇ ਅਵਗੁਣ ਸਾਡੇ ਪੱਕੇ ਤੌਰ ਤੇ ਨਹੀਂ ਬੈਠੇ, ਡੇਰਾ ਲਾ ਕੇ ਬੈਠ ਗਏ। ਦੁੱਖ ਰੋਗ ਕਾ ਡੇਰਾ ਪੰਨਾ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਇਹਦੇ ਤੋਂ ਅੱਗੇ ਸਾਹਿਬ ਕਹਿੰਦੇ ਨੇ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਔਰ ਇਹਦੇ ਵਿੱਚ ਹੀ ਕਿਹਾ ਹੈ, ਆਨੰਦ ਕਰ ਹੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਇੱਥੇ ਨਰ ਦਾ ਅਰਥ ਕੀ? ਨਰ ਦਾ ਅਰਥ ਜਿਹੜਾ ਪਰਮੇਸ਼ਰ ਦੇ ਅੰਦਰ ਨਰ, ਸਰੀਰ ਦੇ ਵਿੱਚ ਵਾਹਿਗੁਰੂ ਦਾ ਸਰੂਪ ਹੈ ਸਾਡੇ, ਜਿਹਨੂੰ ਆਤਮਾ ਜੋਤ ਕਿਹਾ। ਵਾਹਿਗੁਰੂ ਦੀ ਅੰਸ਼ ਕਹੋ ਕਬੀਰ ਇਹ ਰਾਮ ਕੀ ਅੰਸ਼। ਉਹ ਨਰ ਹੈ ਤੇ ਨਾਰੀ ਇਹਦੀ ਬੁੱਧੀ ਹੈ, ਉਹ ਇਹਦੀ ਇਸਤਰੀ। ਦੋਵਾਂ ਨੂੰ ਮਿਲ ਕੇ ਸ਼ਬਦ ਤੇ ਸੁਰਤ ਨੂੰ ਕਹਿ ਨਰ ਤੇ ਨਾਰੀ। ਇੱਥੇ ਸ਼ਬਦ ਉਹਦਾ ਪਤੀ ਹੈ ਤੇ ਬੁੱਧੀ ਉਹਦੀ ਪਤਨੀ ਹੈ, ਤੇ ਉਹਦੇ ਵਿੱਚ ਇਹ ਸਾਰੇ ਗੁਣਾਂ ਦੀ ਔਲਾਦ ਪੈਦਾ ਹੁੰਦੀ ਉਸ ਸਰੀਰ ਦੇ ਅੰਦਰ। ਆਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਵਾ ਸਭ ਥਾਈ। ਸਭ ਥਾਈ ਕਿਹੜੇ ਤੇ ਕਿਹੜੇ ਥਾਂ ਤੇ? ਇਹਨੇ ਵੀ ਫਲਾਣੀ ਦੁਕਾਨ 'ਚ ਵੀ ਬੜਾ ਕੁਝ ਹੈ ਤੇ ਉੱਥੇ ਵੀ ਆਇਆ ਤੇ ਬੜਾ ਸੁੱਖ ਹੋ ਗਿਆ। ਇਹ ਤੇ ਬਾਹਰਲੇ ਅਰਥ ਨੇ, ਹੋ ਜਾਂਦਾ ਹੈ ਵੀ। ਪਰ ਸੰਤੋ ਸੁਖ ਹੋਵਾ ਸਭ ਥਾਈ ਦਾ ਮਤਲਬ ਹੈ ਸਰੀਰ ਦਿਆਂ ਸਾਰਿਆਂ ਥਾਵਾਂ ਤੇ ਆਨੰਦ ਪੈਦਾ ਹੋ ਗਿਆ। ਉਹ ਥਾਂ ਕਿਹੜੇ ਨੇ? ਅੱਖਾਂ ਵਿੱਚ, ਕੰਨਾਂ ਵਿੱਚ, ਮੂੰਹ ਵਿੱਚ, 9 ਦੁਆਰਿਆਂ ਵਿੱਚ, 10 ਦੁਆਰਿਆਂ ਵਿੱਚ ਸੁੱਖ ਹੈ, ਠੰਡ ਹੈ ਉਹਨਾਂ ਵਿੱਚ। ਇਹਨੂੰ ਕਹਿ ਸਭ ਥਾਈ। ਇਹ ਸਾਰੀਆਂ ਥਾਵਾਂ ਨੇ ਸਾਡੇ ਸਰੀਰ ਦੀਆਂ, ਉਹਨਾਂ ਵਿੱਚ ਆਨੰਦ ਪੈਦਾ ਹੋ ਗਿਆ, ਦੁੱਖ ਵਿੱਚੋਂ ਖਤਮ ਹੋ ਗਿਆ ਹੈ। ਇਸ ਤਰ੍ਹਾਂ ਗੁਰੂ ਸਾਹਿਬ ਇਹਨੂੰ ਹੋਰ ਵੀ ਕਹਿੰਦੇ ਨੇ ਕਿ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨੇਕ ਯਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ। ਜੇ ਹਿਰਦੇ ਵਿੱਚ ਨਾਮ ਚਲਾ ਗਿਆ ਤੇ ਉਹਨੂੰ ਲੁਕਾਉਣਾ, ਲੁਕਾਇਆ ਨਹੀਂ ਜਾ ਸਕਦਾ। ਕਿਉਂਕਿ ਜਿਹੜੇ ਬੰਦੇ ਨੂੰ ਆਪਾਂ ਖੁਰਾਕ ਖਵਾਉਂਦੇ ਆ, ਉਹਦੇ ਚਿਹਰੇ ਤੋਂ ਦਿਸਣ ਲੱਗ ਪੈਂਦੀ ਵੀ ਖੁਰਾਕ ਬੜੀ ਖਾਂਦਾ ਹੈ। ਇਸ ਤਰ੍ਹਾਂ ਜੇ ਬਾਣੀ ਹਿਰਦੇ ਵਿੱਚ ਗਈ ਤਾਂ ਉਹਨੇ ਆਪਣਾ ਰੰਗ ਦਿਖਾ ਦੇਣਾ ਹੈ। ਉਹਦੀਆਂ ਅੱਖਾਂ ਵਿੱਚੋਂ, ਉਹਦੇ ਸ਼ਬਦਾਂ ਵਿੱਚੋਂ, ਉਹਦੇ ਕੰਮਾਂ 'ਚ ਉਹਦਾ ਅਸਰ ਜ਼ਰੂਰ ਹੋਵੇਗਾ ਜੇ ਅੰਦਰ ਬਾਣੀ ਗਈ ਹੈ। ਤੇ ਜੇ ਗਲੇ ਤੋਂ ਉੱਤੇ ਉੱਤੇ ਰਹਿ ਗਈ ਫਿਰ ਤੇ ਸੁੱਕਾ ਹੀ ਰਹੂ ਕੰਮ ਸਾਰਾ, ਫਿਰ ਨਹੀਂ ਜੀਵਨ ਵਿੱਚ ਰੰਗ ਆਉਂਦਾ। ਤਾਂ ਇਸ ਤਰ੍ਹਾਂ ਕਹਿਣ ਲੱਗੇ, ਅਨੇਕ ਯਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ, ਹਰ ਗੁਣ ਕਹਤੇ ਕਹਿ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਉਹਨੂੰ ਕਹਿ ਨਹੀਂ ਸਕਦਾ ਵੀ ਕਿਵੇਂ ਦਾ ਆਨੰਦ ਹੈ। ਫਿਰ ਅੱਗੇ ਸਰੀਰ ਦੀਆਂ ਥਾਵਾਂ ਦੇ ਜ਼ਿਕਰ ਕੀਤਾ, ਜਿਹੜਾ ਮੈਂ ਕਿਹਾ ਸੀ ਸੰਤੋ ਸੁਖ ਹੋਵਾ ਸਭ ਥਾਈ। ਉਹ ਕਹਿੰਦੇ ਰਸਨਾ ਰਮਤ ਸੁਨਤ ਸੁਖ ਸਰਵਣਾ। ਕੰਨਾਂ ਦੇ ਵਿੱਚ ਵੀ ਇੱਕ ਠੰਡ ਜੀ ਪਈ ਰਹਿੰਦੀ ਉਸ ਗੁਰਮੁਖ ਦੇ, ਜਿਹਦੇ ਅੰਦਰ ਨਾਮ ਵਸ ਗਿਆ। ਕੰਨਾਂ ਵਿੱਚੋਂ ਵੀ ਠੰਡੀ ਹਵਾ, ਰਸਨਾ ਦੇ ਵਿੱਚੋਂ ਵੀ ਸਵਾਦ। ਇਹ ਸਾਰਾ ਕੁਝ, ਸਰੀਰ ਸਾਰਾ ਉਹਦਾ ਸਵਾਦ ਨਾਲ ਹੀ ਰਹਿੰਦਾ ਭਰਿਆ। ਇਹ ਹੈ ਸਾਰਾ ਕੁਝ। ਵਿਆਖਿਆ ਤੇ ਇਹ ਸੀ ਧਰਮ ਦੀ, ਆਪਾਂ ਤੇ ਇਕੱਲੇ ਤੋਤੇ ਬਣਾ ਦਿੱਤੇ ਲੋਕ ਵੀ ਪੜ੍ਹੋ ਤੇ ਯਾਦ ਕਰੋ ਤੇ ਆਪਸ ਵਿੱਚ ਭੇੜੋ ਕੱਲਾ। ਇਹ ਜਿੰਨਾ ਚਿਰ ਕੋਈ ਰਸ ਸਵਾਦ ਨਹੀਂ ਨਾ ਹੁੰਦਾ, ਧਰਮੀ ਬੰਦਾ ਸ਼ਾਂਤ ਕਿਵੇਂ ਹੋਵੇਗਾ ਤੇ ਇੱਥੇ ਟਿਕੇਗਾ ਕਿਵੇਂ? ਉਹ ਕੱਲੀਆਂ ਗੱਲਾਂ ਨੂੰ ਧਰਮ ਕਹਿ ਦਿੱਤਾ ਆਪਾਂ। ਤਾਂ ਹੀ ਤੇ ਸੰਸਾਰੀ ਤੇ ਅਸ਼ਾਂਤ ਹੈ ਨੇ, ਧਰਮੀ ਵੀ ਅਸ਼ਾਂਤ, ਉਹ ਵੀ ਅਸ਼ਾਂਤ ਨੇ ਵਿਚਾਰੇ, ਟਿਕਦੇ ਨਹੀਂ। ਕਿਉਂਕਿ ਉਹ ਚੀਜ਼ ਉਹਨਾਂ ਨੂੰ ਮਿਲੀ ਨਹੀਂ ਜਿਹੜੀ ਬਾਣੀ ਦੇ ਵਿੱਚ
ਗੁਰੂ ਸਾਹਿਬ ਨੇ ਗੱਲ ਕਹੀ ਸੀ, ਉਹ ਗੱਲ ਅਸੀਂ ਕੀਤੀ ਬੜੀ ਘੱਟ। ਅਸੀਂ ਬਾਰ-ਬਾਰ ਹੀ ਫਿਰਦੇ ਰਹੇ, ਰਸੋਈ ਦੇ ਭਾਂਡੇ ਗਿਣਦੇ ਰਹੇ, ਰਸੋਈ ਦੇ ਚਿਮਚੇ ਗਿਣਦੇ ਰਹੇ, ਭਾਂਡਾ ਕਿੰਨੇ ਦਾ ਆਇਆ, ਕਿਹੜੀ ਦੁਕਾਨ ਤੋਂ ਆਇਆ, ਇਹਦੇ ਵਿੱਚ ਹੀ ਫਸ ਗਏ। ਨਾ ਆਟਾ ਗੁੰਨਿਆ, ਨਾ ਰੋਟੀ ਪਕਾਈ, ਤੇ ਨਾ ਉਹਦਾ ਸਵਾਦ ਆਇਆ। ਭਾਂਡਿਆਂ ਵਿੱਚ ਰਹਿ ਗਏ ਵੀ ਆਹ ਫਲਾਣੀ ਗੱਲ ਹੈ ਜੀ, ਆਹ ਫਲਾਣੀ ਹੈ, ਇਹਦੀ ਵਿਆਕਰਣ ਆਹ ਬਣਦੀ ਹੈ। ਹੁਣ ਮੈਂ ਖੰਡਨ ਨਾ ਕਰਾਂ ਕਿਉਂਕਿ ਇਹ ਵਿਦਿਆ ਦਾ ਵਿਸ਼ਾ, ਵਿਦਿਆ ਨੂੰ ਖੰਡਨ ਨਹੀਂ ਕੀਤਾ ਗੁਰੂ ਘਰ ਵਿੱਚ, ਪਰ ਵਿਦਿਆ ਦੇ ਵਿੱਚ ਹੀ ਦਿਨ ਰਾਤ ਇੱਥੇ ਫਸੇ ਰਹਿਣਾ ਇਹ ਬੜੀ ਵੱਡੀ ਮੂਰਖਤਾ ਹੁੰਦੀ। ਉਹ ਕਹਿੰਦੇ ਨੇ ਵੀ ਉਹ ਆਨੰਦ ਵਿੱਚ ਚਲੇ ਗਏ ਨੇ। ਰਸਨਾ ਰਮਤ, ਉਹਦੀ ਰਸਨਾ ਸਵਾਦ ਦੇ ਵਿੱਚ ਇੰਨੀ ਭਿੱਜ ਗਈ ਹੈ, ਉਹਦਾ ਬੋਲਣ ਨੂੰ ਚਿੱਤ ਨਹੀਂ ਕਰੇਗਾ। ਅਸੀਂ ਕਹਿੰਦੇ ਨਾ ਵੀ ਬੋਲਣਾ ਤਾਂ ਹੈ ਮਨੁੱਖ। ਭਾਈ ਗੁਰਦਾਸ ਜੀ ਕਹਿੰਦੇ ਮੂੰਹ ਵਿੱਚ